ਸਤਿ ਸ਼੍ਰੀ ਅਕਾਲ ਪੰਜਾਬ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਰਾਜਦੀਪ ਸੁਹਾਨ ਤੇ ਖਬਰਾਂ ਵੱਲ ਵਧਣ ਤੋਂ ਪਹਿਲਾਂ ਇੱਕ ਨਜ਼ਰ ਮੁੱਖ ਸੁਰਖੀਆਂ ਤੇ। ਕੋਰੋਨਾ ਦੇ ਹਾਲਾਤਾਂ ਦੇ ਮੰਤਰ ਨੂੰ ਲੈ ਕੇ ਪ੍ਰਧਾਨ ਮੰਤਰੀ ਦੇ ਵੱਲੋਂ ਬੈਠਕ। ਅੱਜ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਅਤੇ ਸਾਰੇ ਰਾਜਪਾਲਾਂ ਦੇ ਨਾਲ ਕੀਤੀ ਜਾਵੇਗੀ ਬੈਠਕ। ਕੋਰੋਨਾ ਦੇ ਹਾਲਾਤਾਂ ਤੇ ਵੈਕਸੀਨੇਸ਼ਨ ਨੂੰ ਲੈ ਕੇ ਚਰਚਾ। ਪੰਜਾਬ ਦੇ ਵਿੱਚ ਕੋਰੋਨਾ ਦੀ ਬੇहद ਖਤਰਨਾਕ ਰਫ਼ਤਾਰ। ਪਿਛਲੇ 24 ਘੰਟਿਆਂ ਦੇ ਵਿੱਚ 53 ਲੋਕਾਂ ਨੇ ਤੋੜਿਆ ਦਮ। 3000 ਤੋਂ ਜ਼ਿਆਦਾ ਨਵੇਂ ਕੇਸ ਆਏ ਸਾਹਮਣੇ। ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਟਿਕਟਾਂ ਦੀ ਵੰਡ ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਦਾ ਨਹੀਂ ਹੋਵੇਗਾ ਕੋਈ ਦਖਲ। ਕਾਂਗਰਸ ਹਾਈ ਕਮਾਨ ਹੀ ਤੈਅ ਕਰੇਗੀ ਟਿਕਟਾਂ ਦੀ ਵੰਡ ਦੇ ਨਿਯਮ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਐਲਾਨ। ਪਟਿਆਲਾ ਦੇ ਵਿੱਚ ਫਲਾਈਓਵਰ ਦੇ ਉੱਪਰ ਚਲਦੀ ਗੱਡੀ ਨੂੰ ਲੱਗੀ ਅੱਗ। ਕਾਰ ਪੂਰੀ ਤਰ੍ਹਾਂ ਸੜ ਕੇ ਹੋਈ ਸੁਆਹ। ਜਾਨੀ ਨੁਕਸਾਨ ਤੋਂ ਰਿਹਾ ਬਚਾਅ। ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਪਾਇਆ ਕਾਬੂ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਜਾਰੀ। ਅੱਜ ਚੇਤ ਦੇ ਨਰਾਤਿਆਂ ਦਾ ਦੂਜਾ ਦਿਨ। ਮਾਂ ਬ੍ਰਹਮਚਾਰਨੀ ਦੀ ਕੀਤੀ ਜਾ ਰਹੀ ਹੈ ਪੂਜਾ ਅਰਚਨਾ। ਮੰਦਿਰਾਂ ਦੇ ਵਿੱਚ ਲੱਗੀਆਂ ਰੌਣਕਾਂ। ਸ਼ਰਧਾਲੂਆਂ ਦੇ ਵਿੱਚ ਵੱਡਾ ਉਤਸ਼ਾਹ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਅੱਜ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ 130ਵਾਂ ਜਨਮ ਦਿਹਾੜਾ ਹੈ। ਦੇਸ਼ ਭਰ ਦੇ ਵਿੱਚ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਰਹੇ ਨੇ। ਸੰਵਿਧਾਨ ਨਿਰਮਾਤਾ ਅਤੇ ਦਲਿਤਾਂ ਦੇ ਮਸੀਹਾ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦਾ ਜਨਮ 14 ਅਪ੍ਰੈਲ ਨੂੰ ਹੋਇਆ ਸੀ ਅਤੇ 6 ਦਸੰਬਰ 1956 ਨੂੰ ਉਹ ਇਸ ਦੁਨੀਆ ਨੂੰ ਅਲਵਿਦਾ ਆਖ ਗਏ। ਉਹਨਾਂ ਦਾ ਦੁਨੀਆ ਦੇ ਵਿੱਚ ਪੜ੍ਹੇ ਲਿਖੇ ਲੋਕਾਂ 'ਚ ਸ਼ੁਮਾਰ ਉਹਨਾਂ ਦਾ ਨਾਂ ਸ਼ੁਮਾਰ ਸੀ। ਭਾਰਤ ਰਤਨ ਦੇ ਨਾਲ ਵੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਉਹਨਾਂ ਨੇ ਆਪਣੀ ਉਮਰ ਦਲਿਤ ਵਰਗ ਦੇ ਉਥਾਨ ਦੇ ਲਈ ਲਗਾ ਦਿੱਤੀ। ਅੱਜ ਸਾਰੀ ਦੁਨੀਆ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੀ ਹੈ ਤੇ ਉਹਨਾਂ ਦੇ ਸਮਾਜ ਦੇ ਵਿੱਚ ਪਾਏ ਯੋਗਦਾਨ ਨੂੰ ਯਾਦ ਕੀਤਾ ਜਾ ਰਿਹਾ ਹੈ। ਸੋ ਅੱਜ ਸੰਵਿਧਾਨ ਨਿਰਮਾਤਾ ਅਤੇ ਪਿਛੜੇ ਵਰਗ ਦਲਿਤਾਂ ਦੇ ਮਸੀਹਾ ਮੰਨੇ ਜਾਂਦੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਨ ਹੈ। ਉਹਨਾਂ ਦਾ ਨਾਮ ਦੁਨੀਆ ਦੇ ਪੜ੍ਹੇ ਲਿਖੇ ਸੂਝਵਾਨ ਲੋਕਾਂ ਦੇ ਵਿੱਚ ਸ਼ਾਮਿਲ ਹੈ। ਉਹਨਾਂ ਨੇ ਵਿਦੇਸ਼ਾਂ ਦੇ ਵਿੱਚੋਂ ਕਈ ਡਿਗਰੀਆਂ ਹਾਸਲ ਕੀਤੀਆਂ। ਉਹ ਵੀ ਉਸ ਸਮੇਂ ਦੇ ਵਿੱਚ ਜਦੋਂ ਪਿਛੜੇ ਵਰਗ ਦੇ ਲਈ ਸਿੱਖਿਆ ਦੇ ਲਈ ਕੋਈ ਵੀ ਉਹਨਾਂ ਦੇ ਲਈ ਮੌਕੇ ਮੌਜੂਦ ਨਹੀਂ ਸਨ ਦੇਸ਼ ਦੇ ਵਿੱਚ। ਤੇ ਅਜਿਹੇ ਸਮੇਂ ਦੇ ਵਿੱਚ ਉਹਨਾਂ ਨੇ ਸਿੱਖਿਆ ਨੂੰ ਹੀ ਆਪਣਾ ਰਾਹ ਦਸੇਰਾ ਚੁਣਿਆ ਅਤੇ ਉਸ ਤੇ ਚੱਲਦੇ ਹੋਏ ਉਹਨਾਂ ਨੇ ਕਈ ਅਣਗਿਣਤ ਪ੍ਰਾਪਤੀਆਂ ਆਪਣੇ ਨਾਮ ਕੀਤੀਆਂ ਨੇ। ਭਾਰਤ ਦਾ ਇਸ ਸੰਵਿਧਾਨ ਨੂੰ ਲਿਖਣ ਦੇ ਸਮੇਂ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਨੂੰ ਪਿਆਰ ਦੇ ਨਾਲ ਬਾਬਾ ਸਾਹਿਬ ਦੇ ਨਾਂ ਦੇ ਨਾਲ ਸੰਬੋਧਨ ਕੀਤਾ ਜਾਂਦਾ ਹੈ। ਬ੍ਰਹਮਚਾਰਨੀ ਮਾਂ ਦੇ ਨਰਾਤੇ ਦੇ ਦੂਜੇ ਦਿਨ ਪੂਜਾ ਅਰਚਨਾ ਕੀਤੀ ਜਾਂਦੀ ਹੈ। ਸ਼ਰਧਾਲੂ ਇਸ ਦਿਨ ਆਪਣੇ ਮਨ ਨੂੰ ਮਾਂ ਦੇ ਚਰਨਾਂ ਦੇ ਵਿੱਚ ਲਗਾਉਂਦੇ ਨੇ। ਬ੍ਰਹਮਾ ਦਾ ਅਰਥ ਹੈ ਤਪੱਸਿਆ ਅਤੇ ਚਾਰਨੀ ਦਾ ਮਤਲਬ ਹੁੰਦਾ ਹੈ ਅਰਚਨਾ ਕਰਨ ਵਾਲੀ। ਇਸ ਤਰ੍ਹਾਂ ਬ੍ਰਹਮਚਾਰਨੀ ਦਾ ਅਰਥ ਹੋਇਆ ਤਪ ਦਾ ਆਚਰਣ ਕਰਨ ਵਾਲੀ।
ब्रह्मचारिणी दे सज्जे हथ 'ਚ जप ते खब्बे हथ 'ਚ कमंडल रहता है। इस दिन साधक कुंडलिनी शक्ति ਨੂੰ ਜਾਗਰਤ ਕਰਨ ਦੇ ਲਈ ਸਾਧਨਾ ਕਰਦੇ ਨੇ, ਜਿਸ ਨਾਲ ਉਹਨਾਂ ਦਾ ਜੀਵਨ ਸਫਲ ਹੋ ਸਕੇ ਤੇ ਆਪਣੇ ਸਾਹਮਣੇ ਆਉਣ ਵਾਲੀ ਕਿਸੇ ਵੀ ਪ੍ਰਕਾਰ ਦੀ ਮੁਸ਼ਕਿਲ ਦਾ ਸਾਹਮਣਾ ਆਸਾਨੀ ਨਾਲ ਕਰ ਸਕਣ। ਮਾਂ ਦੁਰਗਾ ਦਾ ਇਹ ਰੂਪ ਭਗਤਾਂ ਨੂੰ ਬੇਅੰਤ ਸਫਲਤਾ ਦੇਣ ਵਾਲਾ ਹੈ। ਮਾਂ ਦੀ ਉਪਾਸਨਾ ਨਾਲ ਸ਼ਰਧਾਲੂਆਂ 'ਚ ਤਪ, ਤਿਆਗ, ਵੈਰਾਗ, ਸਦਾਚਾਰ ਤੇ ਸਹਿਨਸ਼ੀਲਤਾ ਦਾ ਵਾਧਾ ਹੁੰਦਾ ਹੈ। ਜੀਵਨ ਦੇ ਕਠਿਨ ਸੰਘਰਸ਼ 'ਚ ਵੀ ਵਿਅਕਤੀ ਦਾ ਮਨ ਕਦੇ ਡਾਵਾਡੋਲ ਨਹੀਂ ਹੁੰਦਾ। ਮਾਂ ਦੇ ਨਰਾਤੇ ਦੇ ਦੂਜੇ ਦਿਨ ਅਜਿਹੀਆਂ ਕੰਜਕਾਂ ਦਾ ਪੂਜਨ ਕੀਤਾ ਜਾਂਦਾ ਹੈ ਜਿਨ੍ਹਾਂ ਦਾ ਵਿਆਹ ਤੈਅ ਹੋ ਗਿਆ ਹੈ ਪਰ ਅਜੇ ਵਿਆਹ ਨਹੀਂ ਹੋਇਆ ਹੁੰਦਾ। ਇਹਨਾਂ ਨੂੰ ਆਪਣੇ ਘਰ ਬੁਲਾ ਕੇ ਪੂਜਾ ਕੀਤੀ ਜਾਂਦੀ ਹੈ ਤੇ ਮਾਂ ਬ੍ਰਹਮਚਾਰਿਣੀ ਦੇ ਨਾਮ ਦਾ ਜਾਪ ਕੀਤਾ ਜਾਂਦਾ ਹੈ। ਮਾਂ ਬ੍ਰਹਮਚਾਰਿਣੀ ਦੇ ਸੱਜੇ ਹੱਥ 'ਚ ਜਪ ਤੇ ਖੱਬੇ ਹੱਥ 'ਚ ਕਮੰਡਲ ਰਹਿੰਦਾ ਹੈ। ਇਸ ਦਿਨ ਸਾਧਕ ਕੁੰਡਲਿਨੀ ਸ਼ਕਤੀ ਨੂੰ ਜਾਗਰਤ ਕਰਨ ਦੇ ਲਈ ਸਾਧਨਾ ਕਰਦੇ ਨੇ, ਜਿਸ ਨਾਲ ਉਹਨਾਂ ਦਾ ਜੀਵਨ ਸਫਲ ਹੋ ਸਕੇ ਤੇ ਆਪਣੇ ਸਾਹਮਣੇ ਆਉਣ ਵਾਲੀ ਕਿਸੇ ਵੀ ਪ੍ਰਕਾਰ ਦੀ ਮੁਸ਼ਕਿਲ ਦਾ ਸਾਹਮਣਾ ਆਸਾਨੀ ਨਾਲ ਕਰ ਸਕਣ। ਦੇਸ਼ ਦੇ ਵਿੱਚ ਲਗਾਤਾਰ ਵੱਧ ਰਹੇ ਕਰੋਨਾ ਮਾਮਲਿਆਂ ਨੂੰ ਲੈ ਕੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਇੱਕ ਬੈਠਕ ਕੀਤੀ ਜਾਣੀ ਹੈ, ਜਿਸ ਦੇ ਵਿੱਚ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਵੀ ਮੌਜੂਦ ਰਹਿਣਗੇ। ਇਸ ਤੋਂ ਇਲਾਵਾ ਇਸ ਬੈਠਕ ਦੇ ਵਿੱਚ ਸਾਰੇ ਰਾਜਾਂ ਦੇ ਰਾਜਪਾਲਾਂ ਦੇ ਨਾਲ ਇੱਥੇ ਮੰਥਨ ਕੀਤਾ ਜਾਵੇਗਾ। ਲਗਾਤਾਰ ਦੇਸ਼ ਦੇ ਵਿੱਚ ਜੋ ਕਰੋਨਾ ਮਹਾਮਾਰੀ ਫੈਲ ਰਹੀ ਹੈ, ਮੁੜ ਤੋਂ ਦੂਸਰੀ ਲਹਿਰ ਜਿਹੜੀ ਹੈ ਦੇਸ਼ ਦੇ ਵਿੱਚ ਸ਼ੁਰੂ ਹੋਈ ਹੈ ਅਤੇ ਦੇਸ਼ ਦੇ ਵਿੱਚ ਕਰੋਨਾ ਦੇ ਹਾਲਾਤਾਂ ਅਤੇ ਵੈਕਸੀਨੇਸ਼ਨ ਨੂੰ ਲੈ ਕੇ ਵਿਚਾਰ ਚਰਚਾਵਾਂ ਜਿਹੜੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਕੀਤੀਆਂ ਜਾਣੀਆਂ ਨੇ। ਤੁਹਾਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਦੇਸ਼ ਦੇ ਵਿੱਚ ਲਗਾਤਾਰ ਕਰੋਨਾ ਦੇ ਮਾਮਲੇ ਵੱਧ ਰਹੇ ਨੇ, ਮੌਤਾਂ ਦਾ ਅੰਕੜਾ ਵੱਧ ਰਿਹਾ ਹੈ ਤੇ ਦੂਜੇ ਪਾਸੇ ਸਰਕਾਰ ਦੇ ਵੱਲੋਂ ਟੀਕਾ ਉਤਸਵ ਮਨਾਇਆ ਜਾ ਰਿਹਾ ਹੈ, ਯਾਨੀ ਕਿ ਹਰ ਵਰਗ ਦੇ ਜੋ ਲੋਕ ਨੇ ਉਹਨਾਂ ਨੂੰ ਟੀਕਾ ਮੁਹਿੰਮ ਦੇ ਵਿੱਚ ਸ਼ਾਮਿਲ ਕੀਤਾ ਜਾਵੇ। ਇਸ ਚੀਜ਼ ਨੂੰ ਸੁਨਿਸ਼ਚਿਤ ਕਰਨ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਟੀਕਾ ਉਤਸਵ ਮਨਾਉਣ ਦਾ ਐਲਾਨ ਕੀਤਾ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਹਰ ਵਿਅਕਤੀ ਨੂੰ ਅੱਗੇ ਆ ਕੇ ਕਰੋਨਾ ਦਾ ਟੀਕਾ ਜ਼ਰੂਰ ਲਗਵਾਉਣਾ ਚਾਹੀਦਾ ਹੈ। ਇਸ ਦੇ ਨਾਲ ਦੇਸ਼ ਦੇ ਵਿੱਚੋਂ ਕਰੋਨਾ ਮਹਾਮਾਰੀ ਨੂੰ ਖਤਮ ਕੀਤਾ ਜਾ ਸਕਦਾ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਖੁਦ ਨੂੰ ਸੁਰੱਖਿਅਤ ਜੇ ਰੱਖਣਾ ਹੈ ਤਾਂ ਉਸ ਦੇ ਲਈ ਟੀਕਾਕਰਨ ਲਗਵਾਉਣਾ ਬਹੁਤ ਜ਼ਰੂਰੀ ਹੈ। ਗੱਲ ਕਰਦੇ ਹਾਂ ਪਟਿਆਲਾ ਦੀ, ਜਿੱਥੇ ਪਟਿਆਲਾ ਦੇ ਵਿੱਚ ਇੱਕ ਫਲਾਈਓਵਰ ਤੇ ਜਾ ਰਹੀ ਗੱਡੀ ਨੂੰ ਅਚਾਨਕ ਅੱਗ ਲੱਗ ਗਈ ਹੈ। ਇਹ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਅੱਗ ਦੀਆਂ ਲਪਟਾਂ ਦੇ ਨਾਲ ਘਿਰੀ ਹੋਈ ਇਹ ਗੱਡੀ ਜਿਹੜੀ ਹੈ ਇਹ ਪਲਾਂ ਦੇ ਵਿੱਚ ਸੜ ਕੇ ਸੁਆਹ ਹੋ ਗਈ। ਉਧਰ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਦੇ ਵੱਲੋਂ ਇਸ ਤੇ ਅੱਗ ਤੇ ਕਾਬੂ ਪਾਇਆ ਗਿਆ। ਹਾਲਾਂਕਿ ਗਨੀਮਤ ਰਹੀ ਹੈ ਕਿ ਇਸ ਪੂਰੇ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅਸੀਂ ਗੱਡੀ ਜਾ ਰਹੇ ਸੀਗੇ ਜੀ, ਸਾਨੂੰ ਸਾਡੀ ਅਗਲੀ ਗੱਡੀ ਦੇ ਟਾਇਰ ਨੂੰ ਸਪਾਰਕਿੰਗ ਹੋਈ ਹੈ, ਕਿਤੇ ਉੱਤੇ ਆ ਕੇ ਅੱਗ ਲੱਗੀ। ਸਾਨੂੰ ਨਾਲ ਦੀ ਗੱਡੀ ਨੇ ਓਵਰਟੇਕ ਕਰਕੇ ਦੱਸਿਆ ਵੀ ਤੁਹਾਡੀ ਨੀਚੇ ਸਪਾਰਕਿੰਗ ਹੋ ਰਹੀ ਹੈ ਤੇ ਵਿਚਾਲੇ ਟਾਇਰ ਨੂੰ ਅੱਗ ਲੱਗ ਰਹੀ ਹੈ। ਅਸੀਂ ਫਟਾਫਟ ਨੀਚੇ ਉਤਰੇ ਤੇ ਇਹਨਾਂ ਨੂੰ ਅੱਗੇ ਗੱਡੀ ਨੇ ਹੌਲੀ ਅੱਗ ਫੜਤੀ। ਸਰ ਕੋਈ ਕਿੰਨੇ ਬੰਦੇ ਸੀ ਗੱਡੀ ਦੇ? 3 ਬੰਦੇ ਸੀ। ਕੋਈ ਨੁਕਸਾਨ ਵਗੈਰਾ ਜਾਨੀ ਪਰਮਾਤਮਾ ਬਚਾਓ ਹੋਈ? ਮੌਕੇ ਤੇ ਪਤਾ ਲੱਗਿਆ ਮੈਨੂੰ ਕਿ ਇੱਥੇ ਅੱਗ ਲੱਗੀ ਗੱਡੀ ਨੂੰ। ਫਿਰ ਮੌਕੇ ਤੇ ਇੱਥੇ ਪਹੁੰਚਿਆ, ਅੱਗੇ ਦੇਖਿਆ ਤਾਂ ਇੱਥੇ ਗੱਡੀ ਨੂੰ ਅੱਗ ਲੱਗੀ ਤੇ ਜਲਦੀ ਫਿਰ ਫਾਇਰ ਬ੍ਰਿਗੇਡ ਨੂੰ ਫੋਨ ਕਰਕੇ ਅਸੀਂ ਫਾਇਰ ਬ੍ਰਿਗੇਡ ਗੱਡੀ ਮੰਗਵਾਈ ਤੇ ਫਟਾਫਟ ਅੱਗ ਬੁਝਾਈ ਹੈ। ਕੋਈ ਜਾਨੀ ਨੁਕਸਾਨ ਤਾਂ ਨਹੀਂ? ਕਿੰਨੇ ਬੰਦੇ ਵਿੱਚ ਕੋਈ ਵੀ ਮਤਲਬ ਜਿਵੇਂ ਗੱਡੀ ਜਾ ਰਹੀ ਸੀ, ਪਿੱਛੋਂ ਕੇ ਗੱਡੀ ਕ੍ਰੋਸ ਕਰਕੇ ਇਹਨਾਂ ਨੂੰ ਦੱਸ ਕੇ ਗਏ ਤੁਹਾਡੇ ਟਾਇਰ ਨੂੰ ਅੱਗ ਲੱਗ ਗਈ ਹੈ ਤੇ ਉਹਨਾਂ ਨੇ ਗੱਡੀ ਫਟਾਫਟ ਰੋਕ ਕੇ ਫਟਾਫਟ ਉਹ 2 ਬੰਦੇ ਨਿਕਲ ਗਏ ਤੇ ਗੱਡੀ ਨੂੰ ਪੂਰੀ ਨੂੰ ਅੱਗ ਲੱਗ ਗਈ। ਗੱਡੀ ਪਤਾ ਹੋਈ ਕਿਹੜੀ ਆ, ਕਿੱਥੋਂ ਆ ਰਹੀ, ਕਿੱਥੇ ਜਾ ਰਹੀ? ਬੋਲੋ ਦੀ ਵੈਕਸਵੋਗਨ ਵਾਲਿਆਂ ਦੀ। ਉਧਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਦੀਆਂ ਟਿਕਟਾਂ ਨੂੰ ਅੰਤਿਮ ਰੂਪ ਦੇਣ ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਦੀ ਕਿਸੇ ਵੀ ਤਰ੍ਹਾਂ ਦੀ ਭੂਮਿਕਾ ਨੂੰ ਰੱਦ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਆਪਣੇ ਨਵੇਂ ਪ੍ਰਮੁੱਖ ਸਲਾਹਕਾਰ ਪ੍ਰਸ਼ਾਂਤ ਕਿਸ਼ੋਰ ਦੇ ਵੱਲੋਂ ਟਿਕਟਾਂ ਬਾਰੇ ਫੈਸਲਾ ਲੈਣ ਸੰਬੰਧੀ ਪੰਜਾਬ ਕਾਂਗਰਸ ਦੇ ਵਿੱਚ ਨਾਰਾਜ਼ਗੀ ਦੀਆਂ ਰਿਪੋਰਟਾਂ ਦੇ ਸਬੰਧ ਦੇ ਵਿੱਚ ਕਿਹਾ ਕਿ ਇਸ ਬਾਰੇ ਸਵਾਲ ਹੀ ਪੈਦਾ ਨਹੀਂ ਹੁੰਦਾ। ਕਿਸ਼ੋਰ ਦਾ ਇਸ ਪੂਰੇ ਮਾਮਲੇ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ। ਕਿਸੇ ਵੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਹਾਈ ਕਮਾਂਡ ਦੇ ਵੱਲੋਂ ਸੂਬਾ ਪੱਧਰੀ ਚੋਣ ਕਮੇਟੀ ਦਾ ਗਠਨ ਕੀਤਾ ਜਾਂਦਾ ਹੈ, ਜੋ ਸਾਰੇ ਨਾਵਾਂ ਦੇ ਉੱਤੇ ਵਿਚਾਰ ਕਰਦੀ ਹੈ ਤੇ ਚੋਣ ਮੈਦਾਨ ਦੇ ਵਿੱਚ ਉਤਾਰੇ ਜਾਣ ਵਾਲੇ ਉਮੀਦਵਾਰਾਂ ਦੇ ਬਾਰੇ ਫੈਸਲਾ ਕਰਦੀ ਹੈ। ਸਿੱਖ ਕੌਮ ਦੇ ਵਿੱਚ ਚੌਥੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਵਿੱਚ ਸਾਜਨਾ ਦਿਵਸ ਦੇ ਮੌਕੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਸ਼੍ਰੀ ਤਖਤ
ਦਮਦਮਾ ਸਾਹਿਬ ਦੇ ਵਿੱਚ ਨਤਮਸਤਕ ਹੋਣ ਲਈ ਪਹੁੰਚੀਆਂ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤਖਤ ਸਾਹਿਬ ਪਹੁੰਚ ਕੇ ਇੱਥੇ ਨਤਮਸਤਕ ਹੋਏ ਨੇ। ਦੂਜੇ ਪਾਸੇ ਸ਼੍ਰੀ ਦਮਦਮਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਅਤੇ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਇੱਥੇ ਮੌਜੂਦ ਸਨ। ਸਿੰਘ ਸਾਹਿਬਾਨ ਨੇ ਇਤਿਹਾਸ ਤੋਂ ਜਾਣੂ ਕਰਵਾਉਂਦੇ ਹੋਏ ਸੰਗਤਾਂ ਨੂੰ ਖਾਲਸੇ ਦੇ ਸਾਜਨਾ ਦਿਵਸ ਦੀ ਵਧਾਈ ਦਿੱਤੀ ਹੈ। ਇਸ ਮੌਕੇ ਸਮਾਜਿਕ ਧਾਰਮਿਕ ਵਰਗ ਦੇ ਲੋਕਾਂ ਨੇ ਇੱਥੇ ਸ਼ਮੂਲੀਅਤ ਕੀਤੀ। ਇਸ ਤਹਿਤ ਵਿਸਾਖੀ ਮੇਲੇ ਤੇ ਆਏ ਸ਼ਰਧਾਲੂਆਂ ਨੇ ਗੱਲਬਾਤ ਕਰਦਿਆਂ ਸਾਜਨਾ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਸਾਨੀ ਸੰਘਰਸ਼ ਦੇ ਜਿੱਤਣ ਦੀ ਅਰਦਾਸ ਕੀਤੀ ਹੈ। ਸਾਲ ਰਹੇ ਤੇ ਪ੍ਰਮਾਤਮਾ ਦੇ ਅਰਦਾਸ ਕਰਦਾ ਜਿਹੜੀ ਕਰੋਨਾ ਦੀ ਬਿਮਾਰੀ ਹੈ ਜਲਦੀ ਖਤਮ ਹੋ ਜਾਏ ਤੇ ਲੋਕ ਆਪਣੇ ਕੰਮ ਕਾਜ ਫਿਰ ਤੋਂ ਨਾਰਮਲ ਰੂਟੀਨ ਨਾਲ ਸ਼ੁਰੂ ਕਰ ਦੇਣ। ਅੱਜ ਮੈਂ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਵੀ ਕੀਤੀ ਕਿ ਜਿਹੜਾ ਸੰਘਰਸ਼ ਕਿਸਾਨੀ ਇੱਕ ਸੰਘਰਸ਼ ਚੱਲ ਰਿਹਾ ਦਿੱਲੀ, ਜਿਹੜੇ ਸੈਂਟਰ ਦੀ ਬੀਜੇਪੀ ਸਰਕਾਰ ਨੇ ਕਾਲੇ ਕਾਨੂੰਨ ਲਾਗੂ ਕੀਤੇ ਹੈ, ਪ੍ਰਮਾਤਮਾ ਮਿਹਰ ਕਰੇ ਸਾਰੀ ਕੌਮ ਨੂੰ ਕਿਸਾਨਾਂ ਨੂੰ ਤਾਕਤ ਬਖਸ਼ਣ ਤੇ ਹਿੰਮਤ ਬਖਸ਼ਣ ਕਿ ਕਾਮਯਾਬ ਹੋ ਕੇ ਉੱਥੋਂ ਵਾਪਸ ਆਉਣ ਤੇ ਮੋਦੀ ਦੇ ਮਨ 'ਚ ਵੀ ਪਾਉਣ ਕਿ ਦੇਸ਼ ਦੇ ਲੋਕ ਇਹ ਜਿਹੇ ਕੋਈ ਕਾਨੂੰਨ ਨਹੀਂ ਚਾਹੁੰਦੇ ਜਿਹੜੇ ਉਹਨਾਂ ਨੂੰ ਪਸੰਦ ਨਹੀਂ, ਤੇ ਇਸ ਕਰਕੇ ਮੋਦੀ ਸਰਕਾਰ ਨੂੰ ਇਮੀਡੀਏਟਲੀ ਆ ਕਾਨੂੰਨ ਵਾਪਸ ਲੈਣੇ ਚਾਹੀਦੇ। ਪੰਜਾਬ ਦੀ ਹਾਲਾਤ ਆ ਹੈ ਕਿ ਕਣਕ ਦੀ ਫਸਲ ਆ ਗਈ ਹੈ, ਸਾਰੇ ਪੰਜਾਬ ਦੇਸ਼ ਵਿੱਚ 1 ਤਰੀਕ ਤੋਂ ਕਣਕ ਖਰੀਦੀ ਜਾਣੀ ਸ਼ੁਰੂ ਹੋ ਗਈ ਸੀ, ਪਰ ਆਪਣਾ ਮੁੱਖ ਮੰਤਰੀ ਫਾਰਮ ਹਾਊਸ ਤੇ ਰਹਿਣ ਵਾਲਾ ਮੁੱਖ ਮੰਤਰੀ ਜਿਹੜਾ ਨਿਕਲਦਾ ਹੀ ਨਹੀਂ, ਉਹਨੂੰ ਪਤਾ ਹੀ ਨਹੀਂ ਕੀ ਹੋ ਰਿਹਾ। 10 ਤਰੀਕ ਹੋ ਗਈ, ਹਲੇ ਵੀ ਮੰਡੀਆਂ 'ਚ ਪ੍ਰਬੰਧ ਪੂਰੇ ਨਹੀਂ। ਕਿਸਾਨ ਮੰਡੀਆਂ 'ਚ ਆ ਕੇ ਫਸਲ ਲੈ ਕੇ ਆ ਗਏ, ਦੁਖੀ ਹੋਏ ਮੈਨੂੰ ਰੋਜ਼ ਟੈਲੀਫੋਨ ਆਉਂਦੇ ਆ, ਕਿਤੇ ਬਾਰਦਾਨਾ ਨਹੀਂ, ਕਿਤੇ ਪਰਚੇਜ਼ ਨਹੀਂ, ਐਡੀਆਂ ਰਿਸਟ੍ਰਿਕਸ਼ਨਸ ਕਰੀ ਗਈਆਂ। ਹੁਣ ਜਿਹੜਾ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਜਿਹੜਾ ਡਾਇਰੈਕਟ ਪੈਸਾ ਭੇਜ ਰਿਹਾ ਹੈ, ਉਹਦਾ ਵੀ ਮੈਨੂੰ ਕਈ ਕਿਸਾਨ ਮੈਨੂੰ ਮਿਲੇ ਜਿਨ੍ਹਾਂ ਨੇ ਉਹਨਾਂ ਨੂੰ ਸਮੱਸਿਆ ਆ ਰਹੀ ਹੈ, ਕਿਉਂਕਿ ਤੁਸੀਂ ਜਾਣਦੇ ਹੋ ਕਿ ਆਪਣੇ ਪੰਜਾਬ 'ਚ ਲੋਕ ਠੇਕੇ 'ਤੇ ਬੜੇ ਜ਼ਮੀਨ ਲੈ ਕੇ ਵਾਹੁੰਦੇ ਆ। ਹੁਣ ਜਿਹੜੀ ਪੈਸਾ ਆਊਗਾ ਠੇਕੇ 'ਤੇ ਜਿਹੜੇ ਲਿੱਤਾ ਹੈ ਉਹਦੇ ਖਾਤੇ 'ਚ ਤਾਂ ਆਉਣੀ ਨਹੀਂ, ਉਹਦਾ ਜਿਹਦੀ ਜ਼ਮੀਨ ਹੈ ਨਾ ਤੇ ਉਹਦੇ ਖਾਤੇ 'ਚ ਆਊਗੀ। ਆਪਣੇ ਪਿੰਡਾਂ 'ਚ ਜਿਹੜੀ ਜ਼ਮੀਨ ਹੈ ਉਹ ਵੀ ਹਲੇ ਇੰਤਕਾਲ ਨਹੀਂ ਹੋਏ, ਉਹ ਸਾਂਝੇ ਖਾਤੇ ਚੱਲੀ ਜਾਂਦੇ ਆ। ਸੋ ਇਹ ਜਿਹੇ ਬੜੇ ਮਸਲੇ ਹੈ ਜਿਹੜੇ ਬਗੈਰ ਸੋਚੇ ਸਮਝੇ ਕੈਪਟਨ ਸਰਕਾਰ ਉੱਥੇ ਮੰਨ ਕੇ ਆ ਗਏ ਹੈ। ਖਾਲਸਾ ਸਾਜਨਾ ਦਿਵਸ ਹੈ, ਜਿੱਥੇ ਸਮੁੱਚੇ ਵਿਸ਼ਵ ਦੇ ਵਿੱਚ ਗੁਰੂ ਖਾਲਸਾ ਪੰਥ ਵੱਲੋਂ ਮਨਾਇਆ ਜਾ ਰਿਹਾ ਹੈ, ਉੱਥੇ ਤੱਕ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਗੁਰੂ ਕੀ ਕਾਸ਼ੀ ਦੇ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਵੀ ਇਹ ਪਾਵਨ ਪਰਬ ਗੁਰੂ ਖਾਲਸਾ ਪੰਥ ਵੱਲੋਂ ਸ਼ਰਧਾ ਉਤਸ਼ਾਹ ਸਹਿਤ ਮਨਾਇਆ ਜਾ ਰਿਹਾ ਹੈ। 1706 ਦੇ ਵਿੱਚ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਮੁਕਾਮ ਕੀਤਾ ਸੀ, ਤਾਂ ਉਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਅਗਵਾਈ ਦੇ ਵਿੱਚ ਉਹਨਾਂ ਦੀ ਹਜ਼ਾਤੀ ਦੇ ਵਿੱਚ ਖਾਲਸਾ ਸਾਜਨਾ ਪਰਵ ਬੜੀ ਸ਼ਰਧਾ ਉਤਸ਼ਾਹ ਸਹਿਤ ਇਸ ਅਸਥਾਨ ਦੇ ਉੱਤੇ ਮਨਾਇਆ ਗਿਆ ਸੀ। ਉਦੋਂ ਤੋਂ ਲੈ ਕੇ ਅੱਜ ਤੱਕ ਹਰ ਸਾਲ ਹੀ ਇਸ ਅਸਥਾਨ ਦੇ ਉੱਤੇ ਇਹ ਪਰਵ ਮਨਾਇਆ ਜਾਂਦਾ ਹੈ। ਮੈਂ ਸਮੁੱਚੇ ਗੁਰੂ ਖਾਲਸਾ ਪੰਥ ਨੂੰ, ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਖਾਲਸਾ ਸਾਜਨਾ ਦਿਵਸ ਦੀ ਬਹੁਤ-ਬਹੁਤ ਵਧਾਈ ਦਿੰਦਾ। ਉਧਰ ਅੰਮ੍ਰਿਤਸਰ ਵਿਖੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਵਿਸਾਖੀ ਦਿਹਾੜੇ ਦੇ ਮੌਕੇ ਇੱਕ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲਿਆ ਹੈ। ਇੱਥੇ ਰਾਤ ਸਮੇਂ ਆਤਿਸ਼ਬਾਜ਼ੀ ਕੀਤੀ ਗਈ ਹੈ। ਵਿਸਾਖੀ ਦੇ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਗੁਰੂ ਘਰ ਆ ਕੇ ਨਤਮਸਤਕ ਹੋਈਆਂ ਨੇ, ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਹੈ ਤੇ ਇਹ ਸ਼੍ਰੀ ਦਰਬਾਰ ਸਾਹਿਬ ਦਾ ਅਲੌਕਿਕ ਨਜ਼ਾਰਾ, ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ ਹੈ ਤੇ ਸਰੋਵਰ ਦੇ ਆਸ-ਪਾਸ ਇੱਥੇ ਦੀਪ ਮਾਲਾ ਕੀਤੀ ਗਈ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੱਕ ਖੂਬਸੂਰਤ ਨਜ਼ਾਰਾ, ਜਿੱਥੇ ਜ਼ਮੀਨ ਤੇ ਦੀਪ ਮਾਲਾ ਦੇ ਨਾਲ ਧਰਤੀ ਨੂੰ ਜਗਮਗਾਇਆ ਗਿਆ ਹੈ, ਉੱਥੇ ਹੀ ਆਸਮਾਨ ਦੇ ਵਿੱਚ ਆਤਿਸ਼ਬਾਜ਼ੀ ਕਰਕੇ ਪੂਰੇ ਆਸਮਾਨ ਨੂੰ ਰੋਸ਼ਨੀਆਂ ਦੇ ਨਾਲ ਭਰ ਦਿੱਤਾ ਹੈ। ਸੋ ਵਿਸਾਖੀ ਦਾ ਇਹ ਵੱਡਾ ਤਿਉਹਾਰ, ਖਾਲਸਾ ਪੰਥ ਦੀ ਸਾਜਨਾ ਦਾ ਤਿਉਹਾਰ, ਲਗਾਤਾਰ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋਣ ਦੇ ਲਈ ਇੱਥੇ ਵੱਡੀ ਗਿਣਤੀ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਜਿਹੜੀਆਂ ਨੇ ਪਹੁੰਚੀਆਂ ਨੇ।
ਤੇ ਉਧਰ ਬੇਅਦਬੀ ਮਾਮਲਾ ਮੁੜ ਤੋਂ ਭੱਗ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਹੁਣ ਵਿਰੋਧੀਆਂ ਤੇ ਨਿਸ਼ਾਨੇ ਸਾਧੇ ਗਏ ਨੇ। ਡਾਕਟਰ ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਬੇਅਦਬੀ ਮਾਮਲੇ ਦੇ ਵਿੱਚ ਸਰਕਾਰ ਨੇ ਸਿਆਸਤ ਖੇਡੀ ਹੈ, ਸਿਆਸਤ ਕਰਨ ਦੇ ਇਲਜ਼ਾਮ ਲਗਾਏ ਗਏ ਨੇ। ਉਹਨਾਂ ਦਾ ਕਹਿਣਾ ਹੈ ਕਿ ਵਿਰੋਧੀ ਸਿਆਸੀ ਲਾਹਾ ਲੈਣ ਦੇ ਲਈ ਬੇਤੁਕੀ ਬਿਆਨਬਾਜ਼ੀ ਕਰ ਰਹੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਤੇ ਇਲਜ਼ਾਮ ਲਗਾ ਰਹੇ ਨੇ। देखो गल ये है कि कौन रोक रहा किसी ਨੂੰ ਐਕਸ਼ਨ ਲੈਣ ਤੋਂ, ਪਰ ਇਸ ਗੰਦੀ ਰਾਜਨੀਤੀ ਦੀ ਵੀ ਕੋਈ ਲਿਮਟ ਹੈ। ਜਿਹੜਾ ਫੈਸਲਾ ਹਾਈ ਕੋਰਟ ਦਾ ਆਇਆ ਹੈ ਉਹਦੀ ਰਿਟਨ ਜੱਜਮੈਂਟ ਤਾਂ ਹਾਲੇ ਥੋੜ੍ਹੇ ਦਿਨਾਂ ਤੱਕ ਆਏ, ਲੇਕਿਨ ਜਿੰਨਾ ਕੁ ਜੱਜ ਸਾਹਿਬ ਨੇ ਆਪਣੀ ਅਦਾਲਤ ਦੇ ਵਿੱਚ ਫੈਸਲਾ ਦਿੱਤਾ ਉਹਨੇ ਸਾਰੀ ਗੱਲ ਤੋਂ ਪਰਦਾ ਚੁੱਕ ਦਿੱਤਾ। ਪਹਿਲੀ ਤਾਂ ਗੱਲ ਹੈ ਅਸੀਂ ਤਾਂ ਕੋਈ ਪਟੀਸ਼ਨ ਨਹੀਂ ਕੀਤੀ ਸ਼੍ਰੋਮਣੀ ਅਕਾਲੀ ਦਲ, ਇਹ ਮੈਂ ਪਬਲਿਕ ਦੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਇੱਕ SHO ਪੁਲਿਸ ਦਾ ਜਿਹੜਾ ਹੈਗਾ ਔਰ ਇੱਕ ਹੈੱਡ ਕਾਂਸਟੇਬਲ ਉਹਨਾਂ ਨੇ ਆਪਣਾ ਪੱਖ ਰੱਖਣ ਵਾਸਤੇ ਪਟੀਸ਼ਨ ਆਪਣੀ ਦਾਇਰ ਕੀਤੀ ਸੀ। ਕੋਈ ਸ਼੍ਰੋਮਣੀ ਅਕਾਲੀ ਦਲ ਨੇ ਜਾਂ ਸਾਡੇ ਕਿਸੇ ਲੀਡਰ ਨੇ ਜਾਂ ਕਿਸੇ ਨੇ ਕੋਈ ਪਟੀਸ਼ਨ ਦਾਖਲ ਨਹੀਂ ਕੀਤੀ। ਜੋ ਕੁਛ ਉੱਥੇ ਬਹਿਸ ਹੁੰਦੀ ਰਹੀ ਅਦਾਲਤ ਦੇ ਵਿੱਚ, ਸਾਰੇ ਧਿਰਾਂ ਪੇਸ਼ ਹੁੰਦੀਆਂ ਰਹੀਆਂ, ਜੋ ਇਨਵੈਸਟੀਗੇਸ਼ਨ ਦੇ ਪੱਖ ਉਹਦੇ ਵਿੱਚ ਸਾਹਮਣੇ ਆਏ ਆ ਉਹਦੇ 'ਤੇ ਜਿਹੜੀਆਂ ਟਿੱਪਣੀਆਂ ਹੋਈਆਂ ਨੇ ਉਹ ਛੋਟੀਆਂ ਨਹੀਂ ਟਿੱਪਣੀਆਂ। ਉਹ ਸ਼ਾਇਦ ਜਿੱਦਣ ਡਿਟੇਲ ਜੱਜਮੈਂਟ ਆਏਗੀ ਤਾਂ ਧਰਤੀ ਹਿੱਲੇਗੀ ਕਿ ਗੁਰੂ ਗ੍ਰੰਥ ਸਾਹਿਬ ਦੇ ਮੁੱਦੇ ਦੇ ਉੱਤੇ ਲੈ ਕੇ ਕਿਸ ਹੱਦ ਤੱਕ ਅਸੀਂ ਜਾਂਦੇ ਰਹੇ ਹਾਂ ਰਾਜਨੀਤੀ ਕਰਨ ਵਾਸਤੇ, ਕਿ ਅਸੀਂ ਸਾਰੀ ਆਪਣੀ ਰਾਜਨੀਤੀ ਦੇ ਫਿਊਚਰ ਦਾ ਆਧਾਰ ਜਿਹੜਾ ਉਹ ਇੱਕ ਜਿਹੜੀ ਹੈ ਇਨਵੈਸਟੀਗੇਸ਼ਨ ਨੂੰ ਬਣਾ ਲਈ। ਇੰਨੇ ਗੰਭੀਰ ਮਸਲੇ ਦੇ ਉੱਤੇ ਸੱਚਾਈ ਲੱਭਣ ਦੀ ਬਜਾਏ ਅਸੀਂ ਸਾਰੇ ਰਸਤੇ ਜਿਹੜੇ ਰਾਜਨੀਤਿਕ ਰਾਹਾਂ ਵਾਲੇ ਪਾਸੇ ਮੋੜਦੇ ਰਹੇ, ਸਿਰਫ ਇਸ ਕਰਕੇ ਵੀ ਅਗਲੀ ਇਲੈਕਸ਼ਨ 'ਚ ਫੇਰ ਇਹ ਪੱਤਾ ਖੇਡਣਾ। ਮਲੋਟ ਵਿਖੇ ਪਹੁੰਚਣ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਕਰੋਨਾ ਸੰਕਟ ਦੇ ਸਮੇਂ ਸਰਕਾਰ ਹਰ ਪਾਸਿਓਂ ਫੇਲ ਸਾਬਿਤ ਹੋਈ ਹੈ। ਦੂਜੇ ਰਾਜਾਂ ਦੇ ਵਿੱਚ ਚੋਣ ਰੈਲੀਆਂ ਹੋ ਰਹੀਆਂ ਨੇ, ਪਰ ਪੰਜਾਬ ਦੇ ਵਿੱਚ ਜੇਕਰ ਅਕਾਲੀ ਦਲ ਇਕੱਠ ਕਰੇਗਾ ਤਾਂ ਮਾਮਲਾ ਦਰਜ ਹੋਵੇਗਾ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਨਾਲ ਸੂਬਾ ਸਰਕਾਰ ਵੀ ਕਿਸਾਨ ਵਿਰੋਧੀ ਹੈ। ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਉਹ ਕੋਟਕਪੂਰਾ ਬਾਈਬਲ ਗੋਲੀकांड ਦੇ ਵਿੱਚ ਅਦਾਲਤ ਦੇ ਫੈਸਲੇ ਦਾ ਸਵਾਗਤ ਕਰਦੇ ਨੇ। ਪਿਛਲੇ ਸਾਲ ਇਸੇ ਸਮੇਂ 'ਚ ਜਦ ਕਰੋਨਾ ਆਇਆ ਸੀ ਨਾ ਜੀ, ਤੇ ਸਾਡੀ ਵਿਸਾਖੀ ਸੀਗੀ, ਸਾਡੀ ਵਾਢੀ ਹੋਈ, ਤੇ ਜਿੱਥੇ ਦੁਨੀਆ ਭਰ 'ਚ ਦੇਸ਼ ਭਰ 'ਚ ਬਹੁਤ ਵੱਡੀ ਮੰਦੀ ਆਈ ਸੀ, ਉੱਥੇ ਪੰਜਾਬ ਦੇ ਕਿਸਾਨਾਂ ਕਰਕੇ ਪੰਜਾਬ ਖੁਸ਼ਹਾਲ ਸੀਗਾ ਕਿਉਂਕਿ ਫਸਲ ਦੀ ਰਕਮ ਮਿਲੀ, ਉਸ ਰਕਮ ਦੇ ਨਾਲ ਦੁਕਾਨ ਵਪਾਰ ਸਾਰਾ ਕੁਝ ਚੱਲਿਆ, ਜਿਹਦੇ ਕਰ ਪੰਜਾਬ ਬਚਿਆ ਹੋਇਆ ਸੀ। ਤੇ ਇਸ ਤੋਂ ਵੀ ਵੱਡੀ ਗੱਲ ਕਿ ਜਿਹੜਾ ਸੂਬਾ 60% ਦੀ ਅੰਨ ਦੇ ਕੇ ਦੇਸ਼ ਦਾ ਢਿੱਡ ਭਰਦਾ ਹੈ, ਦੇਸ਼ ਭਰ 'ਚ 6 ਮਹੀਨੇ ਗਰੀਬਾਂ ਤਾਈਂ ਰਾਸ਼ਨ ਪਹੁੰਚਾਇਆ ਗਿਆ ਕਿਉਂਕਿ ਪੰਜਾਬ ਦੇ ਕਿਸਾਨਾਂ ਨੇ ਉਹ ਅੰਨ ਪੈਦਾ ਕਰਕੇ ਦੇਸ਼ ਦੇ ਭੰਡਾਰ ਭਰੇ ਸੀਗੇ। ਲੇਕਿਨ ਪਤਾ ਨਹੀਂ ਕੀ ਮਾੜੀ ਨੀਅਤ ਦੇ ਨਾਲ, ਮਾੜੀ ਸੋਚ ਦੇ ਨਾਲ ਕੋਵਿਡ ਦੀ ਆੜ ਦੇ ਵਿੱਚ 3 ਮਾੜੇ ਕਾਨੂੰਨ ਜਿਹੜੇ ਲਾਏ ਗਏ। ਚਲੋ ਜੇ ਗਲਤੀ ਨਾਲ ਤੁਸੀਂ ਉਹ ਕਾਨੂੰਨਾਂ ਨੂੰ ਲੈ ਆਏ, ਲੇਕਿਨ ਕਿਸਾਨ ਹੁਣ 6 ਮਹੀਨਿਆਂ ਤੋਂ ਸੰਘਰਸ਼ ਕਰ ਰਿਹਾ ਹੈਗਾ, ਦਿੱਲੀ ਦੇ ਬਾਰਡਰਾਂ 'ਚ ਬੈਠਿਆ ਹੋਇਆ ਹੈ, 300 ਕਿਸਾਨਾਂ ਦੀ ਜਾਨ ਵੀ ਕੁਰਬਾਨ ਹੋ ਗਈ ਹੈਗੀ। ਆਪਣੀ ਤਕਲੀਫਾਂ ਇਹਦੇ ਕਾਨੂੰਨਾਂ ਦੇ ਖਿਲਾਫ ਸਰਕਾਰ ਨੂੰ ਸਮਝਾ ਚੁੱਕਿਆ ਹੈ, ਲੇਕਿਨ ਸਰਕਾਰ ਇਸ ਅੜੀਅਲ ਤਰੀਕੇ ਦੇ ਨਾਲ, ਜਿਵੇਂ ਪੰਜਾਬ ਤੇ ਕਿਸਾਨਾਂ ਦੀ ਪਰਵਾਹੀ ਨਹੀਂ, ਮੈਂ ਇੰਨੀ ਐਂਟੀ ਕਿਸਾਨ ਸਰਕਾਰ ਨਹੀਂ ਦੇਖੀ ਜਿੰਨੀ ਕਿਸਾਨ ਵਿਰੋਧੀ ਸਰਕਾਰ ਇਹ ਮੋਦੀ ਸਰਕਾਰ ਰਹੀ ਹੈ। ਮੈਂ ਤਾਂ ਇਹ ਕਿਸਾਨ ਵਿਰੋਧੀ ਨਹੀਂ, ਲੋਕ ਵਿਰੋਧੀ ਮੈਂ ਕਹਿ ਸਕਦੀ ਹਾਂ। ਸੂਬੇ ਦੀ ਸਰਕਾਰ ਕੈਪਟਨ ਸਾਹਿਬ ਦੀ ਫਾਰਮ ਹਾਊਸ ਵਾਲੀ ਸਿਆਸਤ ਜਿਹੜੀ ਹੈ, ਉਹਨੇ ਬਿਲਕੁਲ ਪੰਜਾਬ ਦਾ ਨਾਸ ਮਾਰ ਕੇ ਰੱਖ ਦਿੱਤਾ ਹੈ। ਹੁਣ ਕੋਵਿਡ ਦੀ ਲੜਾਈ ਜਿੱਥੇ ਸਾਲ ਪੂਰਾ ਹੋ ਗਿਆ ਹੈਗਾ, ਇਸ ਸਾਲ 'ਚ ਆਪਾਂ ਦੇਖਿਆ ਕਿ ਬਿਲਕੁਲ ਲੋਕਾਂ ਨੂੰ ਆਪਣੇ ਹਾਲ 'ਚ ਛੱਡਤਾ। ਹਾਲਾਂਕਿ ਹਜ਼ਾਰਾਂ ਕਰੋੜ ਰੁਪਏ ਸੈਂਟਰ ਤੋਂ ਆਏ ਨੇ ਹਰ ਸੂਬੇ ਨੂੰ ਕੋਵਿਡ ਦੀ ਲੜਾਈ ਵਾਸਤੇ। ਇੱਥੇ ਮੇਰਾ ਖਿਆਲ ਪਿਛਲੀ ਸਾਡੀ ਕਮੇਟੀ ਦੀ ਮੀਟਿੰਗ 'ਚ ਤਕਰੀਬਨ 850 ਤਾਂ ਵੈਂਟੀਲੇਟਰ ਹੀ ਭੇਜੇ ਗਏ ਸੀ। ਤੇ ਹੁਣ ਸੈਂਟਰ ਦੀ ਜੇ ਤੁਸੀਂ ਰਿਪੋਰਟ ਦੇਖੋ, ਜਿਹੜੀ ਸਾਫ਼ ਤੌਰ 'ਤੇ ਦੱਸਦੀ ਹੈ ਕਿ ਕਿਵੇਂ ਪੰਜਾਬ 'ਚ ਟੈਸਟਿੰਗ ਸਭ ਤੋਂ ਘੱਟ ਹੈਗੀ, ਇੱਥੇ ਵੈਕਸੀਨੇਸ਼ਨ ਵੀ ਬਹੁਤ ਘੱਟ ਹੈ। ਕੋਵਿਡ ਦੇਸ਼ 'ਚ ਸਭ ਤੋਂ ਵੱਧ ਸਪੀਡ ਨਾਲ ਪੰਜਾਬ 'ਚ ਵੱਧ ਰਿਹਾ ਹੈ।
ਤੇ ਹਸਪਤਾਲਾਂ ਦਾ ਕੋਈ ਇੰਤਜ਼ਾਮ ਹੀ ਨਹੀਂ ਹੈ। ਜੇ ਵੈਂਟੀਲੇਟਰ ਮਸ਼ੀਨ ਹੈਗੀ ਤਾਂ ਵੈਂਟੀਲੇਟਰ ਚਲਾਉਣ ਵਾਲਾ ਕੋਈ ਟੈਕਨੀਸ਼ੀਅਨ ਨਹੀਂ ਹੈਗਾ। ਜੇ ਕੋਈ ਟੈਕਨੀਸ਼ੀਅਨ ਹੈਗਾ ਤੇ ਉਹਦੇ ਨਾਲ ਉਹਨੂੰ ਤਨਖਾਹ ਨਹੀਂ ਮਿਲੀ ਹੈਗੀ। ਸੋ ਹਰ ਪੱਖੋਂ ਅੱਜ ਕੈਪਟਨ ਸਾਹਿਬ ਦੀ ਫਾਰਮ ਹਾਊਸ ਦੀ ਸਰਕਾਰ, ਜਿਹੜੇ ਫਾਰਮ ਹਾਊਸ ਤੋਂ ਬਾਹਰ ਹੀ ਨਿਕਲੇ, ਖੁਦ ਮੁੱਖ ਮੰਤਰੀ ਜੇ ਆਈਸੋਲੇਸ਼ਨ ਸਾਲ ਕੀ 4 ਸਾਲ ਤੋਂ ਆਈਸੋਲੇਸ਼ਨ 'ਚ ਮੁੱਖ ਮੰਤਰੀ ਰਹੂਗਾ ਤੇ ਕਿਵੇਂ ਲੋਕਾਂ ਦੇ ਹਾਲਾਤ ਕੀ ਨੇ। ਰੋਜ਼ ਉੱਥੇ ਫਾਰਮ ਹਾਊਸ ਤੋਂ ਸ਼ਾਹੀ ਫਰਮਾਨ ਜ਼ਾਹਿਰ ਹੋ ਜਾਂਦਾ ਹੈ। ਹੁਣ ਫਰਮਾਨ ਜ਼ਾਹਿਰ ਹੋਇਆ ਕਿ ਕੋਵਿਡ ਵੱਧ ਰਿਹਾ ਹੈ, ਜਿਹਦੇ ਕਰਕੇ ਇੱਕ ਵਾਰ ਫਿਰ ਲੋਕੀ ਇਕੱਠ ਨਹੀਂ ਕਰ ਸਕਦੇ। ਲੋਕਾਂ ਦੇ ਵਿਆਹ ਸ਼ਾਦੀਆਂ ਧਾਰਮਿਕ ਫੰਕਸ਼ਨ, ਮਤਲਬ ਇੱਕ ਪਾਸੇ ਤਾਂ ਤੁਸੀਂ ਦੇਖੋ ਦੇਸ਼ ਦੀ ਸਰਕਾਰ ਕਿੰਨੇ ਸੂਬਿਆਂ 'ਚ ਇਲੈਕਸ਼ਨ ਚੱਲ ਰਹੇ, ਕਾਂਗਰਸ ਪਾਰਟੀ ਵੱਡੇ ਵੱਡੇ ਇਕੱਠ ਕਰ ਰਹੀ, ਦੂਜੇ ਪਾਸੇ ਦੂਜੇ ਸੂਬਿਆਂ 'ਚ ਕੁੰਭ ਚੱਲ ਰਿਹਾ ਹੈ। ਲੇਕਿਨ ਕੈਪਟਨ ਸਾਹਿਬ ਨੇ ਐਲਾਨ ਕਰਤਾ ਕਿ ਨਾ ਧਾਰਮਿਕ ਗੈਦਰਿੰਗ ਹੋ ਸਕਦੀ ਹੈ ਨਾ ਸਿਆਸੀ ਗੈਦਰਿੰਗ ਹੋ ਸਕਦੀ ਹੈ। ਲੇਕਿਨ ਸਿੱਧੀ ਉਲੰਘਣਾ ਇਹਦੀ ਤਾਂ ਕਾਂਗਰਸੀ ਖੁਦ ਕਰੀ ਜਾ ਰਹੇ, ਜਿੱਥੇ ਉਹਨਾਂ ਦੇ ਫੋਟੋਜ਼ ਕੱਢ ਕੇ ਦੇਖ ਲਓ ਉਹਨਾਂ ਫੇਸਬੁੱਕ 'ਚ ਕਿ ਰੋਜ਼ ਨੀਂਹ ਪੱਥਰ ਰੱਖੇ ਜਾ ਰਹੇ ਨੇ ਤੇ ਵੱਡੇ ਵੱਡੇ ਇਕੱਠ ਹੋ ਰਹੇ ਨੇ, ਉਹਨਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ। ਲੇਕਿਨ ਅਕਾਲੀ ਦਲ ਜੀ ਕੋਈ ਇਕੱਠ ਕਰੂਗਾ ਤੇ ਉਹਨਾਂ ਦੇ ਉੱਤੇ ਪਰਚੇ ਦਰਜ ਕੀਤੇ ਜਾਣਗੇ। ਸੋ ਅੱਜ ਵੀ ਮੈਂ ਤਲਵੰਡੀ ਸਾਬੋ ਤੇ ਵੀ ਹੋ ਕੇ ਆਈ ਹਾਂ, ਉੱਥੇ ਵੀ ਯੂਨੀਅਨਾਂ ਨੇ ਇਕੱਠ ਰੱਖਿਆ ਸੀਗਾ। ਸੋ ਤੁਸੀਂ ਜੇ ਫਰਮਾਨ ਜਾਰੀ ਕਰਦੇ ਹੋ ਕਿ ਇਕੱਠ ਨਹੀਂ ਹੋ ਤਾਂ ਫਿਰ ਉਹਨੂੰ ਇੰਪਲੀਮੈਂਟ ਕਰਵਾਓ। ਮਾਤਾ ਦੇ ਨਵਰਾਤਰਿਆਂ ਦੇ ਚੱਲਦੇ ਹੋਏ ਹਿਮਾਚਲ ਦੀ ਸਰਕਾਰ ਵੱਲੋਂ ਕਰੋਨਾ ਨਿਯਮਾਂ ਦੀ ਹਿਦਾਇਤਾਂ ਜਾਰੀ ਕੀਤੇ ਜਾਣ ਤੇ ਭਾਜਪਾ ਹਿਮਾਚਲ ਦੇ ਪ੍ਰਭਾਰੀ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਇਸ ਦੇ ਨਾਲ ਪੰਜਾਬ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਮੁਸ਼ਕਿਲਾਂ ਆ ਸਕਦੀਆਂ ਨੇ। ਉਹਨਾਂ ਨੇ ਇਸ ਸੰਬੰਧੀ ਹਿਮਾਚਲ ਦੇ ਮੁੱਖ ਮੰਤਰੀ ਦੇ ਨਾਲ ਵੀ ਗੱਲਬਾਤ ਕੀਤੀ ਹੈ ਅਤੇ ਪ੍ਰੋਟੋਕਾਲ ਦੇ ਵਿੱਚ ਰਾਹਤ ਦੇਣ ਦੀ ਮੰਗ ਕੀਤੀ ਹੈ। ਸਭ ਤੋਂ ਪਹਿਲਾਂ ਮੈਂ ਤੁਹਾਡੇ ਰਾਹੀਂ ਅੱਜ ਦਾ ਨਵਾਂ ਸਾਲ ਸ਼ੁਰੂ ਹੋ ਰਿਹਾ, ਵਿਸਾਖੀ ਦਾ ਤਿਉਹਾਰ ਹੈ, ਨਵਰਾਤਰੇ ਸ਼ੁਰੂ ਹੋ ਰਹੇ ਨੇ, ਇਹਦੀਆਂ ਲੱਖ ਲੱਖ ਵਧਾਈ ਦਿੰਦਾ। ਦੂਸਰਾ, ਕੁਝ ਸੰਸਥਾਵਾਂ ਦੇ ਮੈਨੂੰ ਮੈਸੇਜ ਤੇ ਫੋਨ ਆਏ ਸੀ ਕਿ ਕਰੋਨਾ ਦੇ ਕਾਰਨ ਹਿਮਾਚਲ ਦੇ ਵਿੱਚ ਪ੍ਰੋਟੋਕਾਲ ਜੋ ਬਣਾਇਆ ਹੈ ਕਿ 3 ਦਿਨ ਪਹਿਲਾਂ ਕਰੋਨਾ ਦਾ ਟੈਸਟ ਲੈ ਕੇ ਫਿਰ ਉੱਥੇ ਲੋਕ ਜਿਹੜੇ ਜਾ ਸਕਦੇ ਆ, ਕਿਉਂਕਿ ਨਵਰਾਤਰੇ ਨੇ, ਮਾਤਾ ਚਿੰਤਪੁਰਨੀ ਦੇ ਮੰਦਿਰ ਦੇ ਵਿੱਚ, ਨੈਣਾ ਦੇਵੀ ਮੰਦਿਰ ਵਿੱਚ ਲੋਕਾਂ ਨੇ ਜਾਣਾ ਹੁੰਦਾ। ਇਸ ਕਰਕੇ ਕੁਝ ਲੋਕਾਂ ਦੇ ਮੈਮੋਰੈਂਡਮ ਮੈਨੂੰ ਮਿਲੇ ਨੇ, ਕੁਝ ਸੰਸਥਾਵਾਂ ਅੱਜ ਵੀ ਦੇ ਰਹੀਆਂ। ਤਾਂ ਉਸ ਨੂੰ ਲੈ ਕੇ ਮੈਂ ਤੁਹਾਡੇ ਰਾਹੀਂ ਹਿਮਾਚਲ ਸਰਕਾਰ ਨੂੰ ਵੀ ਅਪੀਲ ਕਰਨਾ ਚਾਹੁੰਦਾ ਕਿ ਇਸ ਪ੍ਰੋਟੋਕੋਲ ਨੂੰ ਜਿਹੜਾ ਹੈ ਉਹ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦੇ ਲਈ ਕਿਸੇ ਤਰ੍ਹਾਂ ਰਿਲੈਕਸ ਕਰਕੇ, ਤਾਂ ਕਿ ਲੋਕ ਆਪਣੀ ਆਸਥਾ ਵੀ ਪੂਰੀ ਕਰ ਸਕਣ ਔਰ ਇਹ ਪ੍ਰੋਟੋਕੋਲ ਵੀ ਬ੍ਰੇਕ ਨਾ ਹੋਵੇ, ਕਰੋਨਾ ਤੋਂ ਬਚਾਅ ਵੀ ਹੋਵੇ, ਉਸ ਦੇ ਲਈ ਜਿਹੜਾ ਹੈ ਮੈਂ ਤੁਹਾਨੂੰ ਤਕਲੀਫ ਦਿੱਤੀ ਹੈ। ਸਰ ਕੀ ਸੋਚਦੇ ਹੋ ਕਿੱਦਾਂ ਬ੍ਰੇਕ? ਦੇਖੋ, ਦੋ ਤਰ੍ਹਾਂ ਦਾ ਹੱਲ ਹੈ ਕਿ ਇੱਕ ਤਾਂ ਰੈਂਡਮ ਟੈਸਟ ਜਿਹੜੇ ਹੈ ਉੱਥੇ ਹੋ ਜਾਣ, ਦੂਸਰਾ ਇਹਦਾ ਇੱਕੋ ਹੀ ਬਚਾਅ ਹੈ, ਉਹ ਬਚਾਅ ਹੈ ਮਾਸਕ ਔਰ ਦੂਰੀ। ਇਸ ਨੂੰ ਅਸੀਂ ਮੇਨਟੇਨ ਕਰਕੇ ਜਿਹੜਾ ਹੈ ਕਰੋਨਾ ਤੋਂ ਬਚਾਅ ਕਰ ਸਕਦੇ। ਮੈਂ ਤੁਹਾਡੇ ਰਾਹੀਂ ਵੀ ਅਪੀਲ ਕਰਦਾ ਸਾਰੇ ਲੋਕਾਂ ਨੂੰ ਕਿ ਜੋ ਮੋਦੀ ਸਾਹਿਬ ਦਾ ਟੀਕਾ ਉਤਸਵ ਹੈ ਕੱਲ੍ਹ ਤੱਕ ਚੱਲਣਾ, ਉਸ ਟੀਕਾ ਉਤਸਵ ਦੇ ਲਈ ਵੀ ਵੈਕਸੀਨ ਮੈਕਸਿਮਮ ਲਵਾਉਣ ਦੀ ਕੋਸ਼ਿਸ਼ ਕਰੋ ਲੋਕ। ਔਰ ਦੂਸਰਾ ਜਿਹੜਾ ਮੁਫਤ ਦਾ ਇਲਾਜ ਹੈ ਉਹ ਹੈ 2 ਗਜ਼ ਦੀ ਦੂਰੀ ਔਰ ਮਾਸਕ ਹੈ ਜ਼ਰੂਰੀ, ਉਸ ਨੂੰ ਵੀ ਅਸੀਂ ਜੇ ਫੋਲੋ ਕਰ ਲਈਏ ਤਾਂ ਇਸ ਕਰੋਨਾ ਤੋਂ ਆਪ ਵੀ ਬਚ ਸਕਦੇ ਹਾਂ ਤੇ ਜਿਹੜੀ ਇਹ ਬਿਮਾਰੀ ਫੈਲ ਰਹੀ ਹੈ ਇਸ ਤੋਂ ਵੀ ਲੋਕਾਂ ਨੂੰ ਬਚਾ ਸਕਦੇ ਹਾਂ। ਅਤੇ ਜਾਣ ਤੋਂ ਪਹਿਲਾਂ ਇੱਕ ਨਜ਼ਰ ਮੁੱਖ ਸੁਰਖੀਆਂ ਤੇ। ਕਰੋਨਾ ਦੇ ਹਾਲਾਤਾਂ ਤੇ ਮੰਤਨ ਨੂੰ ਲੈ ਕੇ ਪ੍ਰਧਾਨ ਮੰਤਰੀ ਦੇ ਵੱਲੋਂ ਬੈਠਕ। ਅੱਜ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਅਤੇ ਸਾਰੇ ਰਾਜਪਾਲਾਂ ਦੇ ਨਾਲ ਕਰਨਗੇ ਬੈਠਕ। ਕਰੋਨਾ ਦੇ ਹਾਲਾਤਾਂ ਅਤੇ ਵੈਕਸੀਨੇਸ਼ਨ ਨੂੰ ਲੈ ਕੇ ਹੋਵੇਗੀ ਚਰਚਾ। ਪੰਜਾਬ ਦੇ ਵਿੱਚ ਕਰੋਨਾ ਦੀ ਬੇਹੱਦ ਖਤਰਨਾਕ ਰਫ਼ਤਾਰ। ਪਿਛਲੇ 24 ਘੰਟਿਆਂ ਵਿੱਚ 53 ਲੋਕਾਂ ਨੇ ਤੋੜਿਆ ਦਮ। 3000 ਤੋਂ ਜ਼ਿਆਦਾ ਕੇਸ ਆਏ ਸਾਹਮਣੇ। ਵਿਧਾਨ ਸਭਾ ਚੋਣਾਂ ਦੇ ਵਿੱਚ ਟਿਕਟਾਂ ਦੀ ਵੰਡ ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਦਾ ਨਹੀਂ ਹੋਵੇਗਾ ਕੋਈ ਦਖਲ। ਕਾਂਗਰਸ ਹਾਈ ਕਮਾਨ ਹੀ ਤੈਅ ਕਰੇਗੀ ਟਿਕਟਾਂ ਦੀ ਵੰਡ ਦੇ ਨਿਯਮ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਐਲਾਨ।
ਪਟਿਆਲਾ ਦੇ ਵਿੱਚ ਫਲਾਈਓਵਰ ਦੇ ਉੱਪਰ ਚਲਦੀ ਗੱਡੀ ਨੂੰ ਲੱਗੀ ਅੱਗ, ਕਾਰ ਪੂਰੀ ਤਰ੍ਹਾਂ ਸੜ ਕੇ ਹੋਈ ਸੁਆਹ, ਜਾਨੀ ਨੁਕਸਾਨ ਤੋਂ ਰਿਹਾ ਬਚਾ। ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਪਾਇਆ ਕਾਬੂ, ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਜਾਰੀ। ਅੱਜ ਚੇਤ ਦੇ ਨਰਾਤਿਆਂ ਦਾ ਦੂਜਾ ਦਿਨ ਮਾਂ ਬ੍ਰਹਮਚਾਰਿਣੀ ਦੀ ਕੀਤੀ ਜਾ ਰਹੀ ਹੈ ਪੂਜਾ ਅਰਚਨਾ। ਮੰਦਰਾਂ ਦੇ ਵਿੱਚ ਲੱਗੀਆਂ ਰੌਣਕਾਂ, ਸ਼ਰਧਾਲੂਆਂ ਦੇ ਵਿੱਚ ਵੱਡਾ ਉਤਸ਼ਾਹ। ਅਤੇ ਜੇਕਰ ਤੁਸੀਂ ਕੋਈ ਜਾਣਕਾਰੀ ਜਾਂ ਸੁਝਾਅ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ, ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ news@fastway.in ਤੇ। ਜੇਕਰ ਤੁਸੀਂ ਸਾਨੂੰ ਆਨਲਾਈਨ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਦੇਖ ਸਕਦੇ ਹੋ www.fastway.in ਤੇ। ਬੁਲਟਨ ਵਿੱਚ ਫਿਲਹਾਲ ਬਸ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।